मैं कांग्रेसी लीडरां ਦਾ ਜ਼ਿਕਰ ਕਰਦਾ ਉਹ ਤਾਂ ਕਹਿੰਦੇ ਪੰਜਾਬ ਚੋਂ ਨਸ਼ਾ ਖਤਮ ਹੀ ਨਹੀਂ ਹੋ ਸਕਦਾ। ਫਿਰ ਤੁਹਾਡੇ ਕੋਲੇ ਕੀ ਰੋਡ ਮੈਪ ਆ ਕਿ ਪੰਜਾਬ ਚੋਂ ਨਸ਼ਾ ਖਤਮ ਜੜ ਤੋਂ ਤੁਸੀਂ ਕਰ ਦਿਓ? ਜਿਹੜੇ ਕਾਂਗਰਸ ਦੇ ਮੰਤਰੀ ਇਹ ਸਟੇਟਮੈਂਟਸ ਦੇ ਰਹੇ ਨਾ ਕਿ ਨਸ਼ਾ ਖਤਮ ਨਹੀਂ ਹੋ ਸਕਦਾ, ਉਹਨਾਂ ਦਾ ਖਤਮ ਕਰਨ ਦੀ ਨੀਅਤ ਨਹੀਂ। ਕੇਜਰੀਵਾਲ ਇੱਥੇ ਆ ਕੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਦਿੰਦੇ ਨੇ, ਤਾਂ ਸਾਰੀ ਪਾਰਟੀਆਂ ਸਵਾਲ ਚੁੱਕਦੀਆਂ ਨੇ, ਬਹੁਤ ਸਾਰੇ ਲੋਕ ਸਵਾਲ ਚੁੱਕਦੇ ਨੇ ਕਿ ਦਿੱਲੀ ਦੇ ਵਿੱਚ ਔਰਤਾਂ ਨੂੰ ਕਿੰਨੇ ਸਾਲ ਤੋਂ ਸਰਕਾਰ ਚੱਲ ਰਹੀ ਹੈ, 1000 ਰੁਪਏ ਦਿੱਤਾ ਕੇਜਰੀਵਾਲ ਨੇ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਫੀਮੇਲ ਵੋਟਰ ਦਾ ਬਹੁਤ ਵੱਡਾ ਹੱਥ ਸੀਗਾ। ਕਿਉਂ ਸੀਗਾ? ਰਹੀ ਗੱਲ ਸਿੱਧੂ ਸਾਹਿਬ ਦੇ ਬਿਆਨ ਦੀ, ਪਹਿਲੇ ਦਿਨ ਤਾਂ ਸਿੱਧੂ ਸਾਹਿਬ ਇਹਨੂੰ ਨਿੰਦਦੇ ਪਏ ਸੀਗੇ, ਅਗਲੇ ਦਿਨ ਸਿੱਧੂ ਸਾਹਿਬ ਨੇ ਆਪ ਵੀ ਜਾ ਕੇ 2000 ਰੁਪਇਆ ਤੇ 8 ਸਿਲੰਡਰ ਫ੍ਰੀ ਅਨਾਉਂਸ ਕਰ ਦਿੱਤੇ ਸੀ। ਸੋ ਉਹ ਅਨਸਟੇਬਲ ਮਾਈਂਡ ਹੈਗਾ ਉਹਨਾਂ ਦਾ, ਕੁਝ ਵੀ ਬੋਲ ਦਿੰਦੇ। ਸਿੱਧੂ ਸਾਹਿਬ ਸਾਡੇ ਕੰਮ ਦਾ ਮੁਕਾਬਲਾ ਨਹੀਂ ਕਰ ਸਕਦੇ ਤੇ ਸਿੱਧੂ ਸਾਹਿਬ ਦੀ ਜ਼ੁਬਾਨ ਦਾ ਮੁਕਾਬਲਾ ਅਸੀਂ ਕਰਨਾ ਨਹੀਂ ਚਾਹਾਂਗੇ। ਤੁਸੀਂ ਗੱਲ ਕੀਤੀ ਕਿ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋਏਗਾ, ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੇ ਨਹੀਂ ਕੀਤਾ। ਨਵਜੋਤ ਸਿੰਘ ਸਿੱਧੂ ਦੇ ਅਜਿਹੇ ਕਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਅਧੂਰੇ ਛੱਡੇ ਜਾਂ ਨਹੀਂ ਕੀਤੇ? ਸੈਕਿੰਡ ਟਾਈਮ ਜਦੋਂ ਕੋਈ ਬੰਦਾ ਇਲੈਕਸ਼ਨ ਲੜਦਾ ਹੈ ਤੇ ਉਹ ਦੋ ਚੀਜ਼ਾਂ ਤੇ ਬੇਸਡ ਹੁੰਦਾ ਹੈ, ਇੱਕ ਉਹਦੇ ਕੀਤੇ ਕੰਮ ਔਰ ਦੂਸਰਾ ਉਹਦਾ ਵਿਹਾਰ। ਸੋ ਉੱਥੇ ਸਿੱਧੂ ਸਾਹਿਬ ਬੁਰੀ ਤਰ੍ਹਾਂ ਫੇਲ ਹੋ ਗਏ ਨੇ। ਸਿੱਧੂ ਸਾਹਿਬ ਦੀ ਕਿਹੜੀ ਗੱਲ ਹੈ? ਸਿੱਧੂ ਸਾਹਿਬ ਬਿਲਕੁਲ ਅਨਸਟੇਬਲ ਮਾਈਂਡ ਹੈ ਸਿੱਧੂ ਸਾਹਿਬ ਦਾ। ਉਹ ਕਹਿੰਦੇ ਆ ਨਾ ਕਿ ਜਦੋਂ ਜ਼ੁਬਾਨ ਜ਼ਿਆਦਾ ਖੁੱਲਦੀ ਹੈ ਨਾ ਤਾਂ ਮਾਈਂਡ ਕਲੋਜ਼ਡ ਹੁੰਦਾ ਹੈ। ਪਰ ਜਦੋਂ ਰਾਜਾ ਵੜਿੰਗ ਦਿੱਲੀ ਜਾਂਦੇ ਨੇ ਉਹ ਕਹਿੰਦੇ ਨੇ ਦੇਖੋ ਇੱਥੇ ਤਾਂ ਬੇਰੁਜ਼ਗਾਰ ਟੀਚਰ ਨੇ, ਗੈਸਟ ਫੈਕਲਟੀ ਟੀਚਰ ਨੇ, ਉਹ ਤਾਂ ਪੱਕੇ ਨਹੀਂ ਕੀਤੇ, ਉਹ ਦਿੱਲੀ 'ਚ ਧਰਨੇ ਲਾ ਰਹੇ ਨੇ ਤੇ ਕੇਜਰੀਵਾਲ ਨੂੰ ਪੰਜਾਬ ਦੇ ਅਧਿਆਪਕਾਂ ਦੀ ਫਿਕਰ ਹੋਵੇ। ਉਹਨਾਂ ਨੂੰ ਹੋਰ ਤਾਂ ਕੁਝ ਲੱਭਦਾ ਨਹੀਂ ਹੈ, ਸੋ ਹਰ ਵੇਲੇ ਅਰਵਿੰਦ ਜੀ ਦੇ ਪਿੱਛੇ ਪਏ ਰਹਿੰਦੇ ਨੇ। ਸਵੇਰ ਤੋਂ ਸ਼ੁਰੂ ਹੋ ਜਾਂਦੇ ਨੇ, ਅਰਵਿੰਦ ਕੇਜਰੀਵਾਲ ਜੀ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਕਿਉਂਕਿ ਸਾਰੇ ਜਣਿਆਂ ਨੂੰ ਸਿਰਫ ਇੱਕ ਹੀ ਖਤਰਾ ਦਿਖਦਾ ਹੈ। ਵਿਕਰਮ ਮਜੀਠੀਆ ਸਾਹਿਬ ਜਿਨ੍ਹਾਂ ਨੂੰ ਆਪਣਾ ਭਵਿੱਖ ਨਹੀਂ ਪਤਾ, ਬੇਲ ਅਜੇ ਮਿਲੀ ਨਹੀਂ ਹੈ, ਨਸ਼ਾ ਵੇਚਣ ਦਾ ਇਲਜ਼ਾਮ ਉਹਨਾਂ ਦੇ ਉੱਤੇ ਹੈ, ਤਾਂ ਪਤਾ ਨਹੀਂ ਕਿਹੜੇ ਵੇਲੇ ਜੇਲ੍ਹ 'ਚ ਜਾਣਾ ਪੈ ਜਾਣਾ। ਸੋ ਜਿਹੜੇ ਬੰਦੇ ਨੂੰ ਆਪਣਾ ਭਵਿੱਖ ਅਜੇ ਨਹੀਂ ਪਤਾ ਉਹ ਪੰਜਾਬ ਦੇ ਭਵਿੱਖ ਬਾਰੇ ਕੀ ਗੱਲ ਕਰੇਗਾ? ਮਜੀਠੀਆ ਸਾਹਿਬ ਇਹ ਵੀ ਗੱਲ ਕਹਿ ਕੇ ਗਏ ਨੇ, ਕਹਿੰਦੇ ਅੰਮ੍ਰਿਤਸਰ ਈਸਟ ਵਾਲੇ ਇੱਕ ਵਾਰੀ ਮੇਰੀ ਬਾਂਹ ਫੜ ਲੈਣ ਫਿਰ ਮੈਂ 5 ਸਾਲ ਇਹਨਾਂ ਦੀ ਬਾਂਹ ਨਹੀਂ ਛੱਡਣੀ, ਭਾਵ ਉਹ ਈਸਟ ਨਹੀਂ ਛੱਡਣਗੇ। ਜੇ ਇਹ ਹੋਏ ਤਾਂ ਆਪਣੇ ਆਪਣੇ ਹਲਕੇ ਨਾ ਛੱਡਣ, ਆਪਣੇ ਹਲਕੇ ਦੇ ਵਿੱਚ ਚੋਣ ਲੜੋ, ਆਪਣੇ ਲੋਕਾਂ ਦੀ ਸੇਵਾ ਕਰੋ। ਇਹ ਦੂਜੇ ਹਲਕੇ ਈਸਟ ਦੇ ਲੋਕਾਂ ਦੇ ਨਾਲ ਵਿਕਰਮ ਮਜੀਠੀਆ ਸਾਹਿਬ ਦਾ ਕੀ ਇਹੋ ਜਿਹਾ ਰਿਸ਼ਤਾ ਜੀ? ਭਾਰੀ ਬਹੁਮਤ ਦੇ ਨਾਲ ਸਰਕਾਰ ਵੀ ਬਣਾਵਾਂਗੇ ਤੇ ਸਿੱਧੂ ਦੀ ਲੀਡ ਸੀ 43000 ਦੀ ਲੀਡ ਦੀ ਗੱਲ ਕਰਦੇ, ਹਲਕਾ ਵੀ ਜਿੱਤ ਕੇ ਦਿਖਾਵਾਂਗੇ, ਉਹ ਵੀ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਦਿਖਾਵਾਂਗੇ। ਤੁਹਾਡੇ ਵਰਗੇ ਨਾਰਾਜ਼ ਹੋ ਕੇ ਪਾਰਟੀ ਛੱਡ ਜਾਂਦੇ ਨੇ, ਉਹ ਕਹਿੰਦੇ ਨੇ ਪਤਾ ਨਹੀਂ ਇਹਨਾਂ ਕੋਲੇ ਕਿਹੜਾ ਥਰਮਾਮੀਟਰ ਲਾ ਕੇ ਚੈੱਕ ਕਰ ਲੈਂਦੇ ਨੇ। ਇੱਕ ਦਿਨ ਲਿਆਉਂਦੇ ਨੇ, ਪਹਿਲਾਂ ਬੇਈਮਾਨ ਹੁੰਦੇ ਨੇ ਉਹ, ਬਾਅਦ 'ਚ ਇਮਾਨਦਾਰੀ ਵਾਲਾ ਥਰਮਾਮੀਟਰ ਲਾ ਕੇ ਚੈੱਕ ਕਰ ਲੈਂਦੇ ਨੇ ਉਹਨਾਂ ਤੇ ਕਹਿੰਦੇ ਫਿਰ ਟਿਕਟ ਦੇ ਦਿਓ। ਫਿਰ ਉਹੀ ਗੱਲ ਵੀ ਵਿਰੋਧੀਆਂ ਨੇ ਕੁਛ ਨਾ ਕੁਛ ਆਮ ਆਦਮੀ ਪਾਰਟੀ ਨੂੰ ਲੈ ਕੇ ਟਾਰਗੇਟ ਕਰਦੇ ਹੀ ਰਹਿਣਾ ਹੈ। ਮੇਰੇ ਖਿਆਲ 'ਚ ਤੇ ਜੋ ਹਾਲਾਤ ਇਸ ਵੇਲੇ ਅੰਦਰ ਕਾਂਗਰਸ ਦੇ ਬਣੇ ਨੇ, ਇੰਨੀ ਇਨ ਫਾਈਟਿੰਗ ਹੈ ਕਿ ਕਾਂਗਰਸ ਨੇ ਹਰਾਉਣਾ ਹੈ। ਮੈਂ ਇਹਦੇ 'ਚ ਤੁਹਾਨੂੰ ਕਲੀਅਰਲੀ ਦੱਸ ਦਿੰਦੀ ਹਾਂ, ਸਿੱਧੂ ਸਾਹਿਬ ਦਾ ਆਪਣਾ ਕੈਡਰ ਸਿੱਧੂ ਸਾਹਿਬ ਤੋਂ ਬਹੁਤ ਦੁਖੀ ਹੈ। ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੂੰ ਲੋਕ ਮੌਕਾ ਦੇਣਗੇ, ਤੁਹਾਨੂੰ ਜਿਤਾਉਣਗੇ, ਪਰ ਜਦੋਂ ਚਰਚਾ ਹੁੰਦੀ ਹੈ ਨਾ ਤਾਂ ਟੱਕਰ ਦੀ ਵਿਕਰਮ ਮਜੀਠੀਆ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਹੁੰਦੀ ਹੈ। ਇਹ ਮਨ ਬਣਾ ਚੁੱਕੇ ਲੋਕ, ਤੰਗ ਆ ਗਏ ਇਹਨਾਂ ਤੋਂ ਕਿ ਇਹਨਾਂ ਦੇ ਕੋਲ ਇਹ ਜਦੋਂ ਇਹਨਾਂ ਦੀਆਂ ਸਰਕਾਰਾਂ ਕਿੰਨੇ ਸਾਲਾਂ ਤੋਂ ਇਹਨਾਂ ਨੇ ਅਦਲ ਬਦਲ ਕੇ ਸਾਡੇ ਤੇ ਰਾਜ ਕੀਤਾ, ਹੋਰ ਤਾਂ ਕੋਈ ਪਾਰਟੀ ਨਹੀਂ ਸੀ। ਇਹੀ ਦੋ ਰਿਵਾਇਤੀ ਪਾਰਟੀਆਂ ਸੀ ਜਿਨ੍ਹਾਂ ਨੇ ਸਾਡੇ ਤੇ ਅਦਲ ਬਦਲ ਕੇ ਰਾਜ ਕੀਤਾ। ਕੀ ਸਵਾਰ ਲਿਆ ਉਹਨਾਂ ਨੇ ਪੰਜਾਬ ਦਾ? ਇਸ ਵੇਲੇ ਪੰਜਾਬ ਦੀ ਸਭ ਤੋਂ ਹੌਟ ਸੀਟ ਬਣ ਚੁੱਕੀ ਅੰਮ੍ਰਿਤਸਰ ਈਸਟ, ਜਿੱਥੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਆਮੋ ਸਾਹਮਣੇ ਨੇ ਤੇ ਉੱਥੇ ਹੀ ਉਹਨਾਂ ਨੂੰ ਟੱਕਰ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜੀਵਨਜੋਤ ਕੌਰ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਮੈਡਮ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਦੋ ਵੱਡੇ ਰਾਜਨੀਤੀ ਦੇ ਧੁਰੰਦਰ, ਤੇ ਤੁਹਾਨੂੰ ਉਹਨਾਂ ਦੀ ਟੱਕਰ ਦੇ ਵਿੱਚ ਕਿਵੇਂ ਲੱਗ ਰਿਹਾ, ਕੀ ਸਥਿਤੀ ਹੈ ਤੁਹਾਡੀ? ਅੱਖਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਮੈਨੂੰ ਕੁਝ ਵੀ ਨਹੀਂ ਲੱਗ ਰਿਹਾ, ਮੈਨੂੰ ਇੰਟਰਸਟਿੰਗ ਲੱਗ ਰਿਹਾ ਤੇ ਰੀਜ਼ਨ ਹੈ ਉਹਦੇ ਪਿੱਛੇ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ 'ਚ ਯਕੀਨ ਰੱਖਦੀ ਹੈ ਤੇ ਉਹਨਾਂ ਨੇ ਕੰਮ ਕੋਈ ਕੀਤਾ ਨਹੀਂ। ਔਰ ਮੈਂ ਸਭ ਨੂੰ ਇਹੀ ਕਹਿ ਰਹੀ ਵੀ ਸਿੱਧੂ ਸਾਹਿਬ ਸਾਡੇ ਕੰਮ ਦਾ ਮੁਕਾਬਲਾ ਨਹੀਂ ਕਰ ਸਕਦੇ ਤੇ ਸਿੱਧੂ ਸਾਹਿਬ ਦੀ ਜ਼ੁਬਾਨ ਦਾ ਮੁਕਾਬਲਾ ਅਸੀਂ ਕਰਨਾ ਨਹੀਂ ਚਾਹਾਂਗੇ। ਸੋ ਅਗਰ ਉਹਨਾਂ ਨੇ ਕਿਤੇ ਹਲਕੇ 'ਚ ਕੰਮ ਕੀਤਾ ਹੁੰਦਾ, ਲੋਕਾਂ 'ਚ ਵਿਚਰੇ ਹੁੰਦੇ ਜਾਂ ਕੋਈ ਹਲਕੇ ਦਾ ਵਿਕਾਸ ਹੋਇਆ ਹੁੰਦਾ ਤਾਂ ਮੈਂ ਮੰਨਦੀ ਕਿ ਕੋਈ ਮੁਕਾਬਲਾ ਹੈ।
ਔਰ ਦੂਸਰੀ ਚੀਜ਼ ਕਿ ਸੈਕੰਡ ਟਾਈਮ ਜਦੋਂ ਕੋਈ ਬੰਦਾ ਇਲੈਕਸ਼ਨ ਲੜਦਾ ਹੈ ਤੇ ਉਹ ਦੋ ਚੀਜ਼ਾਂ ਤੇ ਬੇਸਡ ਹੁੰਦਾ ਹੈ, ਇੱਕ ਉਹਦੇ ਕੀਤੇ ਕੰਮ ਔਰ ਦੂਸਰਾ ਉਹਦਾ ਵਿਹਾਰ। ਸੋ ਉੱਥੇ ਸਿੱਧੂ ਸਾਹਿਬ ਬੁਰੀ ਤਰ੍ਹਾਂ ਫੇਲ ਹੋ ਗਏ ਨੇ। ਸੋ ਮੈਨੂੰ ਇਹ ਮੁਕਾਬਲਾ ਨਹੀਂ ਲੱਗਦਾ। ਤੇ ਤੁਹਾਨੂੰ ਫਿਰ ਕੀ ਲੱਗ ਰਿਹਾ? ਮੈਨੂੰ ਇਹ ਲੱਗ ਰਿਹਾ ਹੈ ਕਿ ਉਹ ਪੰਜਾਬ ਜਿਹੜਾ ਆਈਡੈਂਟੀਟੀ ਪੋਲਿਟਿਕਸ 'ਚ ਖੁੱਭਿਆ ਸੀ ਇੱਕ ਟਾਈਮ ਤੇ, ਲੋਕ ਖੁੱਲ੍ਹੇਆਮ ਸਾਨੂੰ ਅਸੀਂ ਹੀ ਸੁਣਦੇ ਰਹੇ ਕਿ ਪਹਿਲਾਂ, ਅੱਜ ਤੋਂ ਕੁਝ ਮਹੀਨਿਆਂ ਪਹਿਲਾਂ ਦੀ ਮੈਂ ਗੱਲ ਕਰਦੀ ਹਾਂ, ਕਿ ਲੋਕ ਕਹਿੰਦੇ ਸੀ ਕਿ ਅਸੀਂ ਪਹਿਲੇ ਚਿਹਰਾ ਦੇਖਾਂਗੇ ਫਿਰ ਮਨ ਬਣਾਵਾਂਗੇ ਕਿ ਕਿਹਨੂੰ ਵੋਟ ਪਾਉਣੀ ਹੈ। ਅੱਜ ਉਹ ਸਾਰਾ ਪੰਜਾਬ ਆਈਡੈਂਟੀਟੀ ਪੋਲਿਟਿਕਸ 'ਚੋਂ ਅਗਰ ਨਿਕਲ ਗਿਆ ਹੈ ਔਰ ਲੋਕ ਮੈਨੂੰ ਇਹ ਕਹਿ ਰਹੇ ਹੈ ਕਿ ਮੈਮ ਤੁਸੀਂ ਤੇ ਹੁਣ ਆਏ ਹੋ, ਅਸੀਂ ਤੇ ਆਪਣਾ 6 ਮਹੀਨੇ ਪਹਿਲਾਂ ਮਨ ਬਣਾ ਲਿਆ ਕਿ ਵੋਟ ਆਮ ਆਦਮੀ ਪਾਰਟੀ ਨੂੰ ਪਾਉਣੀ ਹੈ। ਸੋ ਇੱਕ ਬਹੁਤ ਪੋਜ਼ਿਟਿਵ ਸੰਕੇਤ ਹੈ ਕਿ ਪੰਜਾਬ ਕਿੰਨਾ ਦੁਖੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਚਿਹਰਿਆਂ ਨੇ ਦਿੱਤਾ ਕੀ, ਵੱਡੇ ਵੱਡੇ ਚਿਹਰਿਆਂ ਨੇ ਤਾਂ ਉਹਨਾਂ ਨੂੰ ਕੁਝ ਦਿੱਤਾ ਨਹੀਂ, ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੈ। ਸੋ ਕਿਤੇ ਨਾ ਕਿਤੇ ਲੋਕ ਬਹੁਤ ਕਲੀਅਰ ਨੇ ਕਿ ਉਹਨਾਂ ਨੇ ਐਤਕੀ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ। ਪਰ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੂੰ ਲੋਕ ਮੌਕਾ ਦੇਣਗੇ, ਤੁਹਾਨੂੰ ਜਿਤਾਉਣਗੇ, ਪਰ ਜਦੋਂ ਚਰਚਾ ਹੁੰਦੀ ਹੈ ਨਾ ਤਾਂ ਟੱਕਰ ਦੀ ਵਿਕਰਮ ਮਜੀਠੀਆ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਹੁੰਦੀ ਹੈ। ਦੇਖੋ ਚਰਚਾ ਕਿੱਥੇ ਹੁੰਦੀ ਹੈ? ਕਮਰਿਆਂ 'ਚ ਬਹਿ ਕੇ, ਮੀਡੀਆ ਹਾਊਸਿਸ ਦੇ ਵਿੱਚ। ਅਗਰ ਫੀਲਡ ਵਿੱਚ ਚਰਚਾ ਹੋਏ ਤਾਂ ਮੈਨੂੰ ਕੋਈ ਲੋਕ ਇਹ ਕਹਿ ਦੇਣ ਤਾਂ ਫਿਰ ਤਾਂ ਮੈਂ ਮੰਨ ਸਕਦੀ ਹਾਂ। ਫੀਲਡ ਵਿੱਚ ਤਾਂ ਮੈਂ ਆ, ਹਰ ਰੋਜ਼ 6-6 ਘੰਟੇ 7-7 ਘੰਟੇ ਮੈਂ ਡੋਰ ਟੂ ਡੋਰ ਕਰ ਰਹੀ ਹਾਂ, ਲੋਕਾਂ ਦੇ ਘਰ ਜਾ ਰਹੀ ਹਾਂ। ਲੋਕ ਇੱਕੇ ਗੱਲ ਕਹਿੰਦੇ ਆ, ਐਤਕੀ ਵੋਟ ਝਾੜੂ ਨੂੰ, ਐਤਕੀ ਵੋਟ ਝਾੜੂ ਨੂੰ। ਕਈ ਤਾਂ ਬਜ਼ੁਰਗ ਕਹਿ ਦਿੰਦੇ ਧੀਏ ਜਾ ਕੇ ਅਵੇਸਲੀ ਹੋ ਕੇ ਸੌਂ ਜਾ, ਪਰ ਸੌਣ ਦਾ ਸਮਾਂ ਨਹੀਂ ਹੈ, ਰੇਸ ਅਗੇਂਸਟ ਟਾਈਮ ਹੈ, ਮੈਂ ਮੰਨਦੀ ਹਾਂ। ਤੇ ਪਰ ਲੋਕ ਇਹ ਮੰਨਦੇ ਆ। ਸੋ ਜਿਹੜੀ ਡਿਸਕਸ਼ਨਸ ਨੇ ਨਾ, ਉਹ ਮੇਰੇ ਖਿਆਲ ਫੀਲਡ ਬੇਸਡ ਸਰਵੇਜ਼ ਹੋਣੇ ਚਾਹੀਦੇ ਔਰ ਫੀਲਡ ਵਿੱਚ ਹੋਣੀ ਚਾਹੀਦੀ ਹੈ। ਤੁਸੀਂ ਲੋਕ ਬਿਠਾਓ ਹਲਕੇ ਦੇ, ਉਹਨਾਂ ਤੋਂ ਸੁਣੋ ਕਿ ਲੋਕ ਕੀ ਕਹਿ ਰਹੇ ਨੇ। ਅਸੀਂ ਬਿਨਾਂ ਹਲਕੇ ਦੇ ਲੋਕਾਂ ਦਾ ਓਪੀਨੀਅਨ ਲਿਆ ਤੇ ਆਪਣੇ ਓਪੀਨੀਅਨਸ ਜਿੰਨੇ ਮਰਜ਼ੀ ਦੇਈ ਜਾਈਏ। ਹਾਊ ਡਜ਼ ਦੈਟ ਮੈਟਰ? ਅੱਛਾ, ਤੁਸੀਂ ਗੱਲ ਕੀਤੀ ਕਿ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਹੋਏਗਾ, ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੇ ਨਹੀਂ ਕੀਤਾ। ਨਵਜੋਤ ਸਿੰਘ ਸਿੱਧੂ ਦੇ ਅਜਿਹੇ ਕਿਹੜੇ ਕੰਮ ਨੇ ਜਿਹੜੇ ਉਹਨਾਂ ਨੇ ਅਧੂਰੇ ਛੱਡੇ ਜਾਂ ਨਹੀਂ ਕੀਤੇ? ਤੁਸੀਂ ਕੀ ਸੋਚਦੇ ਹੋ ਹਲਕੇ 'ਚ? ਦੇਖੋ ਅਧੂਰੇ ਛੱਡੇ ਤੇ ਦੂਰ ਦੀ ਗੱਲ ਹੈ। ਮੈਂ ਜਦੋਂ ਹਲਕੇ 'ਚ ਵਿਚਰ ਕੇ ਦੇਖਿਆ, ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਿੰਨੇ ਕਿੰਨੇ ਵੱਡੇ ਨਾਮ ਨੇ ਜੀ, ਵੱਡੇ ਵੱਡੇ ਹਾਥੀ ਨੇ ਇਹ ਰਾਜਨੀਤੀ ਦੇ, ਇਹ ਕੰਮ ਕਿਉਂ ਨਹੀਂ ਵੱਡੇ ਵੱਡੇ ਕੀਤੇ? ਕੰਮ ਤੇ ਕੋਈ ਛੋਟਾ ਜਿਹਾ ਵੀ ਨਹੀਂ ਹੋਇਆ। ਮੈਨੂੰ ਦੱਸੋ ਕਿ ਪੀਣ ਵਾਲਾ ਪਾਣੀ ਗੰਦਾ ਹੈ, ਕਿੰਨਾ ਕੁ ਵੱਡਾ ਕੰਮ ਹੈ? ਕੀ ਇਹ ਬੇਸਿਕ ਅਮੈਨਿਟੀ ਨਹੀਂ ਹੈ, ਬੇਸਿਕ ਸਹੂਲਤ ਨਹੀਂ ਹੈ? ਨਹੀਂ ਹੈ ਲੋਕਾਂ ਕੋਲ। ਕੀ ਗਟਰ, ਹੁਣੇ ਮੈਂ ਆਈ ਹਾਂ, ਇੱਕ 22 ਨੰਬਰ ਵਾਰਡ ਹੈ, 25 ਹੈ ਜਾਂ 22 ਹੈ, ਜਾਂ ਮੈਂ ਇਸ ਲਈ ਕਹਿ ਰਹੀ ਹਾਂ 22 ਵਾਲੇ ਕਹਿੰਦੇ ਜੇ ਅਸੀਂ 25 ਦੇ ਕਾਉਂਸਲਰ ਕੋਲ ਜਾਂਦੇ ਆ ਕਿ ਉਹ ਭੇਜ ਦਿੰਦਾ 22 ਚ, ਠੀਕ ਹੈ, 22 ਵਾਲੇ ਕੋਲ ਜਾਂਦੇ ਤਾਂ ਉਹ ਭੇਜ ਦਿੰਦਾ 25 ਚ। ਆਲਰਾਈਟ, ਪਿੱਛੋਂ ਜਿਹੜਾ ਗਟਰ ਹੈ ਉਹ 5 ਫੁੱਟ ਤੇ ਹਾਈਟ ਤੇ ਹੈ ਔਰ ਅੱਗੇ ਜਿੱਥੇ ਜਾ ਰਿਹਾ 7 ਫੁੱਟ ਹੈ। ਤੁਸੀਂ ਸਮਝੋ ਕਿ ਉਸ ਇਲਾਕੇ ਦਾ ਹਾਲ ਕੀ ਹੋਏਗਾ। ਗਟਰ ਓਵਰਫਲੋ ਕਰ ਰਹੇ ਆ, ਮੈਂ ਉੱਥੇ ਹੋ ਕੇ ਆਈ ਹਾਂ। ਸੋ ਇਦਾਂ ਦੇ ਕੰਮ। ਫਿਰ ਅਧੂਰੇ ਕੰਮੇ ਜਿਹੜੇ ਤੁਸੀਂ ਪੁੱਛ ਰਹੇ ਹੋ ਉਹਦੇ ਛੱਡਿਆਂ ਦੇ ਵਿੱਚ ਹਾਈ ਵੋਲਟੇਜ ਇਲੈਕਟ੍ਰਿਸਿਟੀ ਵਾਇਰਸ ਨੇ ਜਿਹੜੀਆਂ ਘਰਾਂ ਦੇ ਉੱਪਰੋਂ ਨਿਕਲ ਰਹੀਆਂ ਨੇ ਔਰ ਉਹ ਕਿੰਨਾ ਖਤਰਨਾਕ ਹੈ ਲੋਕਾਂ ਦੇ ਲਈ। ਸੋ ਇਹੋ ਜਿਹੇ ਬਹੁਤ ਸਾਰੇ ਇਸ਼ੂਜ਼ ਹੈ। ਡਰੱਗਸ ਮਕਬੂਲਪੁਰੇ ਖੁੱਲ੍ਹੇਆਮ ਵਿਕ ਰਹੇ ਆ। ਇਹ ਜਿਹੇ ਪਰਿਵਾਰ ਮੈਂ ਪਹਿਲਾਂ ਤੋਂ ਜਾਣਦੀ ਹਾਂ ਜਿਸ ਪਰਿਵਾਰ ਦੇ ਸਾਰੇ ਜੀ ਮੇਲ ਮੈਂਬਰਸ ਨਸ਼ੇ ਦੀ ਭੇਂਟ ਚੜ ਚੁੱਕੇ ਨੇ। ਹੈਲਥ ਐਜੂਕੇਸ਼ਨ ਦਾ ਬਹੁਤ ਬੁਰਾ ਹਾਲ ਹੈ। ਜਿੱਥੇ ਗਟਰ ਦਾ ਪਾਣੀ 24 ਘੰਟੇ ਫਲੋ ਕਰ ਰਿਹਾ, ਕੱਚੀ ਥਾਂ ਹੈ, ਉਥੇ ਹੈਲਥ ਕਿਵੇਂ ਦੀ ਹੋਏਗੀ? ਉਹ ਕਹਿੰਦੇ ਸਾਡੇ ਬੱਚੇ ਬਿਮਾਰ ਹੋ ਰਹੇ ਆ, ਅੱਗੇ ਗਰਮੀ ਆ ਜਾਣੀ, ਕਿੰਨਾ ਮੱਛਰ ਆਣਾ। ਸੋ ਇਹ ਜਿਹੇ ਕਿੰਨੇ ਹੀ ਕੰਮ ਹੈ। ਔਰ ਇੱਕ ਏਰੀਆ ਦਾ ਜ਼ਿਕਰ ਕੀਤਾ ਮਕਬੂਲਪੁਰਾ, ਜਿੱਥੇ ਡਰੱਗ ਤੁਸੀਂ ਕਿਹਾ ਖੁੱਲ੍ਹੇਆਮ ਵਿਕ ਰਿਹਾ, ਪਰ ਤੁਸੀਂ ਅੱਜ ਤੋਂ ਪਹਿਲਾਂ 5 ਸਾਲ ਤੁਸੀਂ ਜਾਂ ਤੁਹਾਡੀ ਪਾਰਟੀ ਦੇ ਲੋਕਾਂ ਨੇ ਕਿੰਨੇ ਵਾਰੀ ਉੱਥੇ ਜਾ ਕੇ ਆਵਾਜ਼ ਚੁੱਕੀ? ਦੇਖੋ ਇਹ ਮੈਂ ਵੈਸੇ ਬਹੁਤ ਸਾਰੀਆਂ ਡਾਕੂਮੈਂਟਰੀਜ਼ ਲੋਕਾਂ ਨੂੰ ਕਵਰ ਕਰਵਾ ਚੁੱਕੀ ਹਾਂ। ਬੜੇ ਸਾਰੇ ਲੋਕਾਂ ਨੂੰ ਰੀਹੈਬਿਲਿਟੇਟ ਕਰਾਇਆ, ਕਈਆਂ ਨੂੰ ਡੀ ਐਡਿਕਸ਼ਨ ਸੈਂਟਰਸ 'ਚ ਭੇਜਿਆ, ਉਹਨਾਂ ਦੇ ਪਰਿਵਾਰਾਂ ਨੂੰ ਜੌਬਸ ਦਿੱਤੀਆਂ ਨੇ, ਉਹਨਾਂ ਦੀਆਂ ਘਰ ਮਾਵਾਂ ਭੈਣਾਂ ਜਿਹੜੀਆਂ ਨੇ ਉਹਨਾਂ ਨੂੰ ਜੇ ਕੋਈ ਕੰਮ ਸਿਖਾ ਸਕੇ, ਕੋਈ ਬਿਊਟੀਸ਼ਨ ਦਾ ਕੋਰਸ ਕਰਾ ਸਕੇ। ਇਹੋ ਜਿਹੇ ਕੋਈ 100-200 ਬੱਚੀਆਂ ਨੇ ਜਿਨ੍ਹਾਂ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕੀਤਾ। ਸੋ ਅਸੀਂ ਉੱਥੇ ਬਹੁਤ ਪਹਿਲੇ ਤੋਂ ਕੰਮ ਕਰ ਰਹੇ ਹਾਂ। ਪਰ ਬਹੁਤ ਸਾਰੇ ਤਾਂ ਮੈਂ ਕਾਂਗਰਸੀ ਲੀਡਰਾਂ ਦਾ ਜ਼ਿਕਰ ਕਰਦਾ, ਉਹ ਤਾਂ ਕਹਿੰਦੇ ਪੰਜਾਬ ਚੋਂ ਨਸ਼ਾ ਖਤਮ ਹੀ ਨਹੀਂ ਹੋ ਸਕਦਾ। ਫਿਰ ਤੁਹਾਡੇ ਕੋਲੇ ਕੀ ਰੋਡ ਮੈਪ ਆ ਕਿ ਪੰਜਾਬ ਚੋਂ ਨਸ਼ਾ ਖਤਮ ਜੜ ਤੋਂ ਤੁਸੀਂ ਕਰ ਦੋਗੇ? ਦੇਖੋ ਇਹ ਨਾ ਮਾਨ ਸਾਹਿਬ ਨੇ ਵੀ ਪਿੱਛੇ ਸਟੇਟਮੈਂਟਸ ਦਿੱਤੀਆਂ ਨੇ, ਅਰਵਿੰਦ ਜੀ ਨੇ ਵੀ ਦਿੱਤੀਆਂ ਨੇ ਕਿ ਅਗਰ ਕੰਮ ਕਰਨ ਦੀ ਨੀਅਤ ਹੋਏ, ਜਿਹੜੇ ਕਾਂਗਰਸ ਦੇ ਮੰਤਰੀ ਇਹ ਸਟੇਟਮੈਂਟਸ ਦੇ ਰਹੇ ਨਾ ਕਿ ਨਸ਼ਾ ਖਤਮ ਨਹੀਂ ਹੋ ਸਕਦਾ, ਉਹਨਾਂ ਦਾ ਖਤਮ ਕਰਨ ਦੀ ਨੀਅਤ ਨਹੀਂ ਹੈ। ਅਗਰ ਤੁਹਾਡੇ ਕੋਲ ਇੱਕ ਨੀਅਤ ਹੈ ਔਰ ਇੱਕ ਨੀਤੀ ਹੈ ਤਾਂ ਸਭ ਕੁਝ ਹੋ ਸਕਦਾ ਹੈ। ਜਿੱਥੇ where there's will there's a way। ਸੋ ਇਸ ਤਰ੍ਹਾਂ ਨਹੀਂ ਹੈ। ਔਰ ਮਾਨ ਸਾਹਿਬ ਨੇ ਪਿੱਛੇ ਜੇ ਦੱਸਿਆ ਕਿ ਇੱਕ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ, ਇੱਕ ਡਰੱਗ ਟਾਸਕ ਫੋਰਸ ਬਣਾਈ ਜਾਏਗੀ ਔਰ
ਪੁਲਿਸ ਨੂੰ ਬਿਲਕੁਲ ਇੰਡੀਪੈਂਡੈਂਟ ਇਖਤਿਆਰ ਦਿੱਤਾ ਜਾਏਗਾ, ਪੋਲੀਟੀਕਲ ਇੰਟਰਫੇਰੈਂਸ ਉਹਦੇ ਵਿੱਚ ਬਿਲਕੁਲ ਨਹੀਂ ਹੋਏਗੀ। ਸੋ ਆਮ ਆਦਮੀ ਪਾਰਟੀ ਕੋਲ ਹਰ ਚੀਜ਼ ਦਾ ਬਲੂਪ੍ਰਿੰਟ ਰੈਡੀ ਹੈ। ਸਰਕਾਰ ਬਣਨ ਤੇ ਨਸ਼ਾ ਵੀ ਖਤਮ ਹੋਏਗਾ, ਬੇਰੋਜ਼ਗਾਰੀ ਵੀ ਖਤਮ ਹੋਏਗੀ, ਮਹਿੰਗਾਈ ਜਿਹੜੀ ਇੰਨੀ ਲੱਕ ਤੋੜ ਰਹੀ ਹੈ ਉਹਦੇ ਵਿੱਚ ਵੀ, ਕਿਉਂਕਿ ਖਜ਼ਾਨਾ ਖਾਲੀ ਹੈ, ਸੋ ਖਜ਼ਾਨਾ ਵੀ ਭਰਿਆ ਜਾਏਗਾ। ਸੋ ਹਰ ਚੀਜ਼ ਦਾ ਬਲੂਪ੍ਰਿੰਟ ਰੈਡੀ ਹੈ। ਤੁਹਾਡਾ ਖਜ਼ਾਨਾ ਮੰਤਰੀ ਕਦੇ ਤਾਂ ਨਹੀਂ ਕਹੇਗਾ ਕਿ ਖਜ਼ਾਨਾ ਖਾਲੀ ਹੈ? ਨਹੀਂ ਜੀ, ਬਿਲਕੁਲ ਇਹ ਨਹੀਂ ਕਹੇਗਾ। ਸਾਡੇ ਤੇ ਸਾਰੇ ਹੀ ਲੀਡਰ ਇਸ ਵੇਲੇ ਕਹੀ ਜਾ ਰਹੇ ਆ ਕਿ ਪਹਿਲਾਂ ਖਜ਼ਾਨਾ ਭਰਾਂਗੇ, ਉਸ ਤੋਂ ਬਾਅਦ ਹੀ ਕੋਈ ਕੰਮ ਹੋ ਪਾਏਗਾ। ਅੱਛਾ, ਤੁਸੀਂ ਗੱਲ ਕੀਤੀ ਬੇਰੁਜ਼ਗਾਰੀ ਦੀ। ਜਦੋਂ ਕੇਜਰੀਵਾਲ ਇੱਥੇ ਆਉਂਦੇ ਨੇ ਤਾਂ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਟੀਚਰ ਨੇ ਧਰਨਾ ਲਾਉਂਦੇ ਨੇ ਤਾਂ ਕੇਜਰੀਵਾਲ ਉਹਨਾਂ ਦੇ ਕੋਲੇ ਜਾਂਦੇ ਨੇ, ਉਹਨਾਂ ਦੇ ਹੱਕ ਦੀ ਗੱਲ ਕਰਦੇ ਨੇ। ਤੇ ਪਰ ਜਦੋਂ ਰਾਜਾ ਵੜਿੰਗ ਦਿੱਲੀ ਜਾਂਦੇ ਨੇ ਉਹ ਕਹਿੰਦੇ ਨੇ ਦੇਖੋ ਇੱਥੇ ਤਾਂ ਬੇਰੁਜ਼ਗਾਰ ਟੀਚਰ ਨੇ, ਗੈਸਟ ਫੈਕਲਟੀ ਟੀਚਰ ਨੇ, ਉਹ ਤਾਂ ਪੱਕੇ ਨਹੀਂ ਕੀਤੇ, ਉਹ ਦਿੱਲੀ 'ਚ ਧਰਨੇ ਲਾ ਰਹੇ ਨੇ, ਤੇ ਕੇਜਰੀਵਾਲ ਨੂੰ ਪੰਜਾਬ ਦੇ ਅਧਿਆਪਕਾਂ ਦੀ ਫਿਕਰ ਹੋ ਗਈ। ਦੇਖੋ ਉਹ ਵਿਰੋਧੀ ਨੇ, ਉਹਨਾਂ ਨੂੰ ਹੋਰ ਤਾਂ ਕੁਝ ਲੱਭਦਾ ਨਹੀਂ ਹੈ। ਸੋ ਹਰ ਵੇਲੇ ਅਰਵਿੰਦ ਜੀ ਦੇ ਪਿੱਛੇ ਪਏ ਰਹਿੰਦੇ ਨੇ, ਸਵੇਰ ਤੋਂ ਸ਼ੁਰੂ ਹੋ ਜਾਂਦੇ ਨੇ, ਅਰਵਿੰਦ ਕੇਜਰੀਵਾਲ ਜੀ ਨੂੰ ਕੋਸਣਾ ਸ਼ੁਰੂ ਕਰ ਦਿੰਦੇ, ਕਿਉਂਕਿ ਸਾਰੇ ਜਣਿਆਂ ਨੂੰ ਸਿਰਫ ਇੱਕ ਹੀ ਖਤਰਾ ਦਿਖਦਾ ਹੈ, ਇਨਸਿਕਿਉਰਿਟੀ ਹੈ ਸਾਰਿਆਂ ਨੂੰ, ਔਰ ਵਾਹਿਦ ਇੱਕ ਬੰਦੇ ਤੋਂ ਹੈ, ਉਹ ਅਰਵਿੰਦ ਕੇਜਰੀਵਾਲ ਹੈ। ਕਿਉਂਕਿ ਹੁਣ ਤਾਂ ਹਿਸਟਰੀ ਕ੍ਰੀਏਟ ਹੋਈ ਹੈ ਕਿ ਕਿਸੇ ਨੇ ਇੱਕ ਅਜਿਹਾ ਮਾਡਲ ਕ੍ਰੀਏਟ ਕਰਕੇ ਦਿੱਤਾ ਹੋਏ ਜਿਹਦੇ ਵਿੱਚ ਜੋ ਕਿਹਾ ਉਹ ਕੀਤਾ, ਔਰ ਪਹਿਲੀ ਵਾਰ ਹਿਸਟਰੀ ਦੇ ਵਿੱਚ ਇਹ ਕਹਿ ਕੇ ਵੋਟ ਮੰਗੇ ਗਏ ਕਿ ਜੇ ਅਸੀਂ ਕੰਮ ਕੀਤਾ ਤੇ ਸਾਨੂੰ ਵੋਟ ਪਾਇਓ, ਨਹੀਂ ਤੇ ਬੇਸ਼ੱਕ ਨਾ ਪਾਇਓ। ਔਰ ਦੂਸਰਾ ਜਿਹੜਾ ਹਿਸਟਰੀ ਕ੍ਰੀਏਟ ਹੋਈ ਉਹ ਜਦੋਂ ਸੀਐਮ ਦਾ ਫੇਸ ਚੁਣਨਾ ਸੀਗਾ, ਸੋ ਇੱਕ ਚੰਗਾ ਤਰੀਕਾ ਸੀ ਜਿਹਦੇ ਚ ਪੰਜਾਬ ਦੇ ਸਾਰੇ ਲੋਕਾਂ ਨੂੰ ਇਨਵੋਲਵ ਕੀਤਾ ਗਿਆ। ਸੋ ਇਸ ਕਰਕੇ ਅਰਵਿੰਦ ਜੀ ਤੋਂ ਤਾਂ ਇਨਸਿਕਿਉਰਿਟੀ ਸਭ ਨੂੰ ਹੋਣੀ। ਜਿਹੜਾ ਤੁਸੀਂ ਸੀਐਮ ਫੇਸ ਚੁਣਨ ਵਾਲਾ ਜਿਹੜਾ ਤੁਸੀਂ ਪ੍ਰੋਸੈਸ ਜਿਹੜਾ ਫੋਲੋ ਕੀਤਾ, ਉਹਦੇ ਤੋਂ ਬੜੇ ਸਵਾਲ ਉੱਠ ਰਹੇ ਨੇ ਕਿ ਇੰਨੇ ਸਮੇਂ ਦੇ ਵਿੱਚ ਇੰਨੀਆਂ ਕਾਲਸ ਨਹੀਂ ਆ ਸਕਦੀਆਂ। ਨਵਜੋਤ ਸਿੱਧੂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਤੀ ਉਸ ਤੇ ਕਿ ਸਾਰਾ ਫੇਕ ਜਿਹੜਾ ਪ੍ਰੋਸੈਸ ਚਲਾਇਆ ਸੀ। ਸਿੱਧੂ ਸਾਹਿਬ ਦੀ ਕਿਹੜੀ ਗੱਲ ਹੈ? ਸਿੱਧੂ ਸਾਹਿਬ ਬਿਲਕੁਲ ਅਨਸਟੇਬਲ ਮਾਈਂਡ ਹੈ ਸਿੱਧੂ ਸਾਹਿਬ ਦਾ। ਉਹ ਕਹਿੰਦੇ ਆ ਨਾ ਕਿ ਜਦੋਂ ਜ਼ੁਬਾਨ ਜ਼ਿਆਦਾ ਖੁੱਲਦੀ ਹੈ ਨਾ ਤਾਂ ਮਾਈਂਡ ਕਲੋਜ਼ਡ ਹੁੰਦਾ। ਮੂੰਹ ਜ਼ਿਆਦਾ ਖੁੱਲੇ ਤਾਂ ਇਹਦਾ ਮਤਲਬ ਕਿ ਤੁਹਾਡਾ ਮਾਈਂਡ ਕਲੋਜ਼ਡ ਹੈ। ਸੋ ਸਿੱਧੂ ਸਾਹਿਬ ਤੇ ਐਵੇਂ ਕੈਲਕੂਲੇਸ਼ਨਸ ਕਰਦੇ ਰਹਿੰਦੇ ਆ। ਆਮ ਆਦਮੀ ਪਾਰਟੀ ਦਾ ਜਿੰਨਾ ਵੋਲੰਟੀਅਰ ਹਰ ਚੀਜ਼ ਦੇ ਲਈ ਵੋਲੰਟੀਅਰ ਕਰਦਾ ਹੈ, ਇਹ ਹਰ ਚੀਜ਼ ਪੋਸੀਬਲ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਤੇ ਦੂਜਾ ਇੱਕ ਹੋਰ ਜ਼ਿਕਰ ਬੜਾ ਹੁੰਦਾ ਕਿ ਕੇਜਰੀਵਾਲ ਇੱਥੇ ਆ ਕੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਦਿੰਦੇ ਨੇ, ਤਾਂ ਸਾਰੀ ਪਾਰਟੀਆਂ ਸਵਾਲ ਚੁੱਕਦੀਆਂ ਨੇ, ਬਹੁਤ ਸਾਰੇ ਲੋਕ ਸਵਾਲ ਚੁੱਕਦੇ ਨੇ ਕਿ ਦਿੱਲੀ ਦੇ ਵਿੱਚ ਔਰਤਾਂ ਨੂੰ ਕਿੰਨੇ ਸਾਲ ਤੋਂ ਸਰਕਾਰ ਚੱਲ ਰਹੀ ਹੈ, 1000 ਰੁਪਏ ਦਿੱਤਾ ਕੇਜਰੀਵਾਲ ਨੇ। ਦੇਖੋ ਦਿੱਲੀ ਦੇ ਵਿੱਚ ਔਰਤਾਂ ਨੂੰ ਹੋਰ ਬਹੁਤ ਸਾਰੀਆਂ ਸਹੂਲਤਾਂ ਨੇ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਫੀਮੇਲ ਵੋਟਰ ਦਾ ਬਹੁਤ ਵੱਡਾ ਹੱਥ ਸੀਗਾ। ਕਿਉਂ ਸੀਗਾ? ਇੱਕ ਆਮ ਪਰਿਵਾਰ ਦੀ ਇੱਕ ਔਰਤ ਜਿਹੜੀ ਹੈ ਉਹਨੇ ਘਰ ਚਲਾਉਣਾ, ਉਹਨੇ ਬਹੁਤ ਸਾਰੇ ਰੋਲ ਪਲੇ ਕਰਨੇ ਹੁੰਦੇ। ਇੱਕ ਮਾਂ ਆ, ਇੱਕ ਬੀਵੀ ਆ, ਇੱਕ ਬਹੂ ਆ। ਮਹਿੰਗਾਈ ਜਦੋਂ ਲੱਕ ਤੋੜਦੀ ਹੈ ਤਾਂ ਬਹੁਤ ਔਖਾ ਲੱਗਦਾ ਹੈ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇੱਕ ਆਮ ਪਰਿਵਾਰ ਦਾ ਜਿਹੜਾ ਰਹਿਣ ਸਹਿਣ ਦਾ ਪੱਧਰ ਹੈ ਉਹ ਉੱਚਾ ਉੱਠ ਗਿਆ। ਔਰ ਇੱਕ ਔਰਤ ਜਿਹੜੀ ਅੱਗੇ ਬਹੁਤ ਦੁਖੀ ਹੋ ਕੇ ਘਰ ਚਲਾਉਂਦੀ ਸੀ, ਉਹ ਇਸ ਲਈ ਸੁਖੀ ਹੈ ਕਿ ਇੱਕ ਤਾਂ ਉਹਦਾ ਆਪਣਾ ਇਲਾਜ ਫ੍ਰੀ ਹੈ, ਸਭ ਦਾ ਇਲਾਜ ਫ੍ਰੀ ਹੈ, ਬਹੁਤ ਸਾਰਾ ਪੈਸਾ ਇਲਾਜਾਂ 'ਚ ਜਾਂਦਾ ਸੀ। ਬੱਚਿਆਂ ਦੀ ਪੜ੍ਹਾਈ ਫ੍ਰੀ ਹੈ, ਬਹੁਤ ਸਾਰਾ ਪੈਸਾ ਉਹਦੇ ਵਿੱਚ ਜਾਂਦਾ ਸੀ। ਬਿਜਲੀ ਫ੍ਰੀ ਹੋ ਗਈ। ਸੋ ਇੱਕ ਆਮ ਪਰਿਵਾਰ ਦੀ ਸੇਵਿੰਗ ਹੋਣੀ ਸ਼ੁਰੂ ਹੋ ਗਈ। ਰਹੀ ਗੱਲ, ਉਹਨਾਂ ਨੂੰ ਉੱਥੇ ਬਹੁਤ ਸਾਰੀਆਂ ਸਹੂਲਤਾਂ ਨੇ। ਪੰਜਾਬ ਦੇ ਵਿੱਚ ਅਜੇ ਇਹਨਾਂ ਸਾਰਾ ਕੁਝ ਵੀ ਲੇਡੀਜ਼ ਦੇ ਲਈ ਅਨਾਉਂਸ ਬਹੁਤ ਕਰਦੇ ਨੇ, ਪਰ ਕੁਝ ਕੀਤਾ ਨਹੀਂ ਗਿਆ। ਸੋ ਆਮ ਆਦਮੀ ਪਾਰਟੀ ਨੇ ਜਿਹੜੀ 3rd ਗਾਰੰਟੀ ਦਿੱਤੀ ਹੈ, ਇਹਦੇ 'ਚ ਔਰਤਾਂ ਦੇ ਵਿੱਚ ਲੈ ਕੇ ਇੱਕ ਵੱਡੀ ਖੁਸ਼ੀ ਦੀ ਲਹਿਰ ਹੈ। ਕਿਉਂਕਿ ਉਹ ਇਹ ਕਹਿੰਦੀਆਂ ਨੇ ਕਿ ਇਹ ਜਿਹੜੇ ਇਹ ਜਿਹੇ ਬਿਆਨ ਦਿੰਦੇ ਨੇ, ਇਹਨਾਂ ਨੂੰ ਕੀ ਪਤਾ 1000 ਕੀ ਹੁੰਦਾ ਹੈ। ਕਈ ਵਾਰ 100 ਰੁਪਏ ਦੇ ਲਈ ਵੀ ਮੂੰਹ ਝਾਕਣਾ ਪੈਂਦਾ ਹੈ ਕਿ ਘਰ 'ਚ ਸਬਜ਼ੀ ਲੈ ਕੇ ਆਣੀ ਹੈ, ਜਾਂ ਆਪਣੀ ਦਵਾਈ ਲੈਣ ਤੋਂ ਵੀ ਅਸੀਂ ਬੈਠੇ ਰਹਿ ਜੀਦਾ ਕਿ ਸਾਡੇ ਕੋਲ ਪੈਸੇ ਨਹੀਂ, ਚਲੋ ਬੱਚੇ ਦੀ ਫੀਸ ਪਹਿਲੇ ਦੇ ਦਿਓ। ਸੋ 1000 ਰੁਪਏ ਇੱਕ ਬਹੁਤ ਮੈਟਰ ਕਰਦਾ। ਉਹ ਵੀ ਉਦੋਂ ਜਦੋਂ ਘਰ ਦੇ ਵਿੱਚ ਅਗਰ 3 ਜਨਰੇਸ਼ਨਸ ਨੇ ਤੇ 3 ਅਗਰ ਫੀਮੇਲਸ ਨੇ 18 ਸਾਲ ਤੋਂ ਉੱਪਰ ਦੀਆਂ, ਤਾਂ 3000 ਰੁਪਏ ਦੀ ਮਦਦ ਕਾਫੀ ਵੱਡੀ ਮਦਦ ਹੋ ਜਾਂਦੀ ਹੈ। ਰਹੀ ਗੱਲ ਸਿੱਧੂ ਸਾਹਿਬ ਦੇ ਬਿਆਨ ਦੀ, ਪਹਿਲੇ ਦਿਨ ਤਾਂ ਸਿੱਧੂ ਸਾਹਿਬ ਇਹਨੂੰ ਨਿੰਦਦੇ ਪਏ ਸੀਗੇ, ਅਗਲੇ ਦਿਨ ਸਿੱਧੂ ਸਾਹਿਬ ਨੇ ਆਪ ਵੀ ਜਾ ਕੇ 2000 ਰੁਪਇਆ ਤੇ 8 ਸਿਲੰਡਰ ਫ੍ਰੀ ਅਨਾਉਂਸ ਕਰ ਦਿੱਤੇ ਸੀ। ਸੋ ਉਹ ਅਨਸਟੇਬਲ ਮਾਈਂਡ ਹੈਗਾ ਉਹਨਾਂ ਦਾ, ਕੁਝ ਵੀ ਬੋਲ ਦਿੰਦੇ। ਪੋਪੂਲਿਜ਼ਮ ਆ, ਜਿਹੜੇ ਪੋਪੂਲਿਜ਼ਮ ਆ, ਇਹ ਹੋਰ ਇਹ ਤੋਂ ਵੱਧ ਕੇ ਕੁਝ ਨਹੀਂ ਹੈਗਾ। ਕਿਹੜਾ ਚੀਜ਼? ਜਿਹੜੇ ਸਾਰੇ ਐਲਾਨ ਨੇ ਇਹ ਫ੍ਰੀ ਵਾਲੇ, ਤੁਹਾਨੂੰ ਲੱਗਦਾ ਨਹੀਂ ਪੋਪੂਲਿਜ਼ਮ ਤੋਂ ਵੱਧ ਕੇ ਕੁਝ ਨਹੀਂ ਹੈਗਾ? ਆਮ ਆਦਮੀ ਪਾਰਟੀ ਵੱਲੋਂ ਕਹਿ ਰਹੇ ਹੋ ਐਲਾਨ ਤੁਸੀਂ? ਸਾਰੀਆਂ ਪਾਰਟੀਆਂ ਦੀ ਮੈਂ ਗੱਲ ਕਰਦਾ। ਨਹੀਂ, ਮੈਨੂੰ ਏਦਾਂ ਲੱਗਦਾ ਹੈ ਕਿ ਦੇਖੋ ਦੋ ਚੀਜ਼ਾਂ ਨੇ। ਇਹ ਫੋਰਨ ਕੰਟਰੀਜ਼ ਦੇ ਵਿੱਚ ਇਹਨੂੰ ਸੋਸ਼ਲ ਸਿਕਿਉਰਿਟੀ ਕਹਿ ਦਿੰਦੇ ਆ, ਠੀਕ ਹੈ। ਅਲਟੀਮੇਟਲੀ ਸਾਡਾ ਪੈਸਾ ਜਿਹੜਾ ਅਸੀਂ ਟੈਕਸਿਸ ਦੇ ਰੂਪ ਦੇ ਵਿੱਚ ਪੇ ਕਰਦੇ ਪਏ ਆ, ਉਹ ਅਗਰ ਇਨ ਵਨ ਵੇ ਔਰ ਦ ਅਦਰ ਸਾਡੇ ਕੋਲ ਵਾਪਸ ਆਉਂਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਫ੍ਰੀ ਵੀ ਹੈ। ਇਹ ਫ੍ਰੀ ਵੀ ਵਰਡ ਜਿਹੜਾ ਹੈ ਨਾ, ਇਹ ਜਿਹੜੀਆਂ ਹਾਰਦੀਆਂ ਹੋਈਆਂ ਪਾਰਟੀਆਂ ਨਾ, ਇਹ ਉਹਨਾਂ ਵੱਲੋਂ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਸੋ ਬੇਸਿਕ
ਜਿਹੜਾ ਹੈਗਾ ਇਸ਼ੂ ਹੈ ਉਹ ਹੈਗਾ ਆ ਕਿ ਰਾਜਨੀਤੀ ਕੰਮਾਂ ਦੀ ਔਰ ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ। ਔਰ ਅਗਰ ਲੋਕਾਂ ਦਾ ਪੈਸਾ ਕਿਸੇ ਵੀ ਸ਼ੇਪ ਦੇ ਵਿੱਚ, ਸੋਸ਼ਲ ਸਿਕਿਉਰਿਟੀ ਦੀ ਸ਼ੇਪ ਦੇ ਵਿੱਚ ਜਾਂ ਕਿਸੇ ਹੋਰ ਸ਼ੇਪ ਦੇ ਵਿੱਚ ਲੋਕਾਂ ਦੇ ਵਿੱਚ ਜਾਂਦਾ ਹੈ ਤੇ ਮੈਂ ਉਹਨੂੰ ਫ੍ਰੀ ਵੀ ਨਹੀਂ ਮੰਨਦੀ ਹਾਂ। ਜੇ ਮੈਂ ਗੱਲ ਕਰਾਂ ਤੁਹਾਡੇ ਹਲਕੇ ਦੀ, ਤਾਂ ਤੁਸੀਂ ਇੱਕ ਪਾਰਟੀ ਦਾ ਤੁਹਾਡਾ ਮੈਨੀਫੈਸਟੋ, ਪਾਰਟੀ ਦਾ ਏਜੰਡਾ, ਪਾਰਟੀ ਦੇ ਏਜੰਡੇ ਤੋਂ ਹਟ ਕੇ ਜੇ ਮੈਂ ਤੁਹਾਡਾ ਪਰਸਨਲੀ ਤੁਹਾਨੂੰ ਪੁੱਛਾਂ, ਉਸ ਤੋਂ ਉੱਪਰ ਉੱਠ ਕੇ, ਉਸ ਤੋਂ ਵੱਧ ਕੇ ਹੋਰ ਕਿਹੜੇ ਤੁਹਾਡੇ ਏਜੰਡੇ ਨੇ ਜਿਨ੍ਹਾਂ ਤੇ ਤੁਸੀਂ ਪਰਸਨਲੀ ਕੰਮ ਕਰਨਾ ਚਾਹੋਗੇ ਆਪਣੇ ਹਲਕੇ 'ਚ, ਆਪਣੇ ਜ਼ਿਲ੍ਹੇ ਜਾਂ ਪੰਜਾਬ 'ਚ? ਦੇਖੋ, ਮੈਂ ਤੁਹਾਨੂੰ ਦੱਸਿਆ ਕਿ ਮੇਰਾ ਏਜੰਡਾ ਜੋ ਰਹੇਗਾ ਉਹ ਪਹਿਲਾਂ ਲੋਕਾਂ ਦੀਆਂ ਜੋ ਪ੍ਰੋਬਲਮਸ ਉਹ ਉਹਨਾਂ ਨੂੰ ਦਰਪੇਸ਼ ਆ ਰਹੀਆਂ ਨੇ, ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਾਉਣਾ, ਜਿਹਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੇ। ਗਟਰ ਨਹੀਂ ਸਾਫ਼ ਹੋ ਰਹੇ, ਸੜਕਾਂ ਨਹੀਂ ਬਣੀਆਂ, ਨਾਲੀਆਂ ਕੋਈ ਅਰੇਂਜਮੈਂਟ ਨਹੀਂ ਹੈ, ਪਾਣੀ ਦੀ ਨਿਕਾਸੀ ਨਹੀਂ ਹੈ, ਸਾਫ਼ ਪਾਣੀ ਦਾ ਪੀਣ ਦਾ ਪਾਣੀ ਨਹੀਂ ਹੈ, ਜਿਹੜੀਆਂ ਹਾਈ ਵੋਲਟੇਜ ਵਾਇਰਸ ਵਾਲਾ ਇਸ਼ੂ ਹੈ ਉਹ ਹੈ ਹੀ ਹੈ। ਉਸ ਤੋਂ ਇਲਾਵਾ ਫਿਰ ਮਕਬੂਲਪੁਰੇ ਦੇ ਵਿੱਚ ਹੈਲਥ ਐਜੂਕੇਸ਼ਨ ਤੇ ਬਹੁਤ ਕੰਮ ਹੋਣ ਵਾਲਾ ਹੈ। ਡਰੱਗਸ ਦਾ ਇਸ਼ੂ ਹੈ। ਸਬਜ਼ੀ ਮੰਡੀ ਬਹੁਤ ਬੁਰਾ ਹਾਲ ਹੈ। ਬਹੁਤ ਦਿਨ ਤੋਂ ਕਾਲਸ ਆ ਰਹੇ ਉੱਥੋਂ ਕਿ ਮੈਮ ਫਿਰ ਧੁੱਪ ਲੱਗ ਗਈ ਤੇ ਇੱਥੇ ਸੁੱਕ ਜਾਣਾ ਸਾਰਾ, ਤੇ ਆ ਕੇ ਜਰਾ ਹਾਲਾਤ ਦੇਖੋ ਕਿ ਇੱਥੇ ਕੀ ਬਣੇ ਪਏ ਹੈ। ਔਰ ਐਮੂਨੇਸ਼ਨ ਡੰਪ ਦਾ ਇਸ਼ੂ ਹੈ। ਸੋ ਮੇਰਾ ਪਹਿਲ ਦੇ ਆਧਾਰ ਤੇ ਇਹ ਕੋਸ਼ਿਸ਼ ਹੋਏਗੀ ਕਿ ਇਹ ਹਲਕਾ ਜੋ ਇਸ ਵੇਲੇ ਦ ਮੋਸਟ ਨਿਗਲੈਕਟਡ ਹਲਕਾ ਆਫ ਅੰਮ੍ਰਿਤਸਰ ਲੱਗ ਰਿਹਾ ਹੈ, ਇਹਨੂੰ ਐਟਲੀਸਟ ਇਦਾਂ ਬਣਾਇਆ ਜਾਏ ਕਿ ਅੰਮ੍ਰਿਤਸਰ ਦੇ ਵਿੱਚ ਬੈਸਟ ਹਲਕਾ ਇਹ ਹੋਣਾ ਚਾਹੀਦਾ ਡਿਵੈਲਪਮੈਂਟ ਪੱਖੋਂ। ਔਰ ਜਿਹੜੇ ਲੋਕ ਇਸ ਵੇਲੇ ਇੰਨੇ ਦੁਖੀ ਨੇ, ਇੰਨੇ ਉਹਨਾਂ ਦੇ ਫੇਸ ਮੁਰਝਾਏ ਹੋਏ ਨੇ, ਉਹਨਾਂ ਦੇ ਘੱਟੋ ਘੱਟ ਚਿਹਰਿਆਂ ਤੇ ਮੁਸਕਰਾਹਟ ਹੋਣੀ ਚਾਹੀਦੀ ਹੈ। ਸੋ ਇੱਕ ਹਲਕੇ ਦੇ ਲੋਕਾਂ ਦੀ ਧੀ ਬਣ ਕੇ ਮੈਂ ਉਹਨਾਂ ਦੀ ਸੇਵਾ ਕਰਨੀ ਚਾਹਾਂਗੀ। ਜਿਹੜੇ ਲੋਕ ਇਹ ਮਹਿਸੂਸ ਕਰਦੇ ਕਿ ਅਸੀਂ ਜਿਤਾਇਆ ਤੇ ਉਸ ਤੋਂ ਬਾਅਦ ਇੱਕ ਕਾਉਂਸਲਰ ਦੇ ਸਾਈਨ ਵੀ ਕਰਾਣੇ ਇੰਨੇ ਮੁਸ਼ਕਲ ਲੱਗਦੇ ਆ, ਮੈਂ ਕਦੀ ਨਹੀਂ ਚਾਹਾਂਗੀ ਕਿ ਉਹਨਾਂ ਨੂੰ ਇਹੋ ਜਿਹੀ ਪ੍ਰੋਬਲਮ ਆਏ। ਮੈਂ ਉਹਨਾਂ ਨੂੰ ਇਹ ਅਸ਼ੋਰੈਂਸ ਦਿੰਨੀ ਕਿ ਰਾਤ ਦੇ 12 ਵਜੇ ਵੀ ਫੋਨ ਕਰੋਗੇ ਤਾਂ ਹਾਜ਼ਰ ਹੋਵਾਂਗੇ, ਰਾਤ ਦੇ 2 ਵਜੇ ਵੀ ਫੋਨ ਕਰੋਗੇ ਤਾਂ ਹਾਜ਼ਰ ਹੋਵਾਂਗੇ। ਪਰ ਸ਼੍ਰੋਮਣੀ ਅਕਾਲੀ ਦਲ ਤਾਂ ਕਹਿੰਦਾ ਸੇਵਾ ਕਰਨੀ ਹੋਈ ਅਸੀਂ ਆ। ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਾ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਹਾਂ। ਬਿਕਰਮ ਮਜੀਠੀਆ ਸਾਹਿਬ, ਜਿਨ੍ਹਾਂ ਨੂੰ ਆਪਣਾ ਭਵਿੱਖ ਨਹੀਂ ਪਤਾ, ਬੇਲ ਅਜੇ ਮਿਲੀ ਨਹੀਂ ਹੈ, ਨਸ਼ਾ ਵੇਚਣ ਦਾ ਇਲਜ਼ਾਮ ਉਹਨਾਂ ਦੇ ਉੱਤੇ ਹੈ, ਤਾਂ ਪਤਾ ਨਹੀਂ ਕਿਹੜੇ ਵੇਲੇ ਜੇਲ੍ਹ 'ਚ ਜਾਣਾ ਪੈ ਜਾਣਾ। ਸੋ ਜਿਹੜੇ ਬੰਦੇ ਨੂੰ ਆਪਣਾ ਭਵਿੱਖ ਅਜੇ ਨਹੀਂ ਪਤਾ, ਉਹ ਪੰਜਾਬ ਦੇ ਭਵਿੱਖ ਬਾਰੇ ਕੀ ਗੱਲ ਕਰੇਗਾ? ਉਹ ਕਹਿੰਦੇ ਜੇਲ੍ਹ ਮੈਂ ਚਲੇ ਜਾਵਾਂ ਕੋਈ ਚੱਕਰ ਨਹੀਂ, ਮੈਂ ਕਾਗਜ਼ ਦੋਨਾਂ ਹਲਕਿਆਂ ਤੋਂ ਭਰਤੇ, ਤਾਂ ਹੁਣ ਮੇਰੇ ਲੋਕ ਲੜਾਈ ਲੜਨਗੇ ਮੇਰੀ। ਹਾਂ, ਇਹ ਇੱਕ ਮੈਂ ਇਹ ਵੀ ਗੱਲ ਕਹਿਣੀ ਚਾਹੁੰਦੀ ਵੀ ਇਹ ਦੋਨੇ ਵੱਡੇ ਹਾਥੀ ਜਿਹੜੇ ਹੈ, ਰਾਜਨੀਤਿਕ ਹਾਥੀ, ਇਹਨਾਂ ਨੂੰ ਨਾ ਤਾਂ ਹਲਕੇ ਦੀ ਡਿਵੈਲਪਮੈਂਟ ਨਾਲ ਮਤਲਬ ਹੈ, ਨਾ ਲੋਕਾਂ ਦੇ ਸੈਂਟੀਮੈਂਟਸ ਦੇ ਨਾਲ, ਨਾ ਲੋਕਾਂ ਦੀਆਂ ਪ੍ਰੋਬਲਮਸ ਦੇ ਨਾਲ। ਜੇ ਇਹ ਹੋਏ ਤਾਂ ਆਪਣੇ ਆਪਣੇ ਹਲਕੇ ਨਾ ਛੱਡਣ, ਆਪਣੇ ਹਲਕੇ ਦੇ ਵਿੱਚ ਚੋਣ ਲੜੋ, ਆਪਣੇ ਲੋਕਾਂ ਦੀ ਸੇਵਾ ਕਰੋ। ਇਹ ਦੂਜੇ ਹਲਕੇ ਈਸਟ ਦੇ ਲੋਕਾਂ ਦੇ ਨਾਲ ਬਿਕਰਮ ਮਜੀਠੀਆ ਸਾਹਿਬ ਦਾ ਕੀ ਇਹੋ ਜਿਹਾ ਰਿਸ਼ਤਾ ਜੀ? ਜਾਂ ਹੁਣ ਈਸਟ ਹਲਕੇ ਦੀ ਡਿਵੈਲਪਮੈਂਟ ਦੇ ਨਾਲ ਉਹਨਾਂ ਦਾ ਕੀ ਇਸ਼ੂ ਹੈ? ਉਹ ਤਾਂ ਆ ਰਹੇ ਕਿ ਮੈਂ ਤੇ ਬਸ ਚੂਹਾ ਬਿੱਲੀ ਦੀ ਜਿਹੜੀ ਦੌੜ ਲੱਗੀ ਹੈ, ਲੜਾਈ ਲੱਗੀ ਹੋਈ ਹੈ ਦੋਨੀ ਦੀ ਆਪਸ ਦੇ ਵਿੱਚ, ਉਹ ਤਾਂ ਉਹਦੇ ਕਰਕੇ ਆ ਰਹੇ। ਉਹਨਾਂ ਨੂੰ ਹਲਕੇ ਦੇ ਲੋਕਾਂ ਦੇ ਨਾਲ ਤਾਂ ਕੋਈ ਮਤਲਬ ਹੀ ਨਹੀਂ। ਪਰ ਮਜੀਠੀਆ ਸਾਹਿਬ ਇਹ ਵੀ ਗੱਲ ਕਹਿ ਕੇ ਗਏ ਨੇ, ਕਹਿੰਦੇ ਅੰਮ੍ਰਿਤਸਰ ਈਸਟ ਵਾਲੇ ਇੱਕ ਵਾਰੀ ਮੇਰੀ ਬਾਹ ਫੜ ਲੈਣ ਫਿਰ ਮੈਂ 5 ਸਾਲ ਇਹਨਾਂ ਦੀ ਬਾਹ ਨਹੀਂ ਛੱਡਣੀ, ਭਾਵ ਉਹ ਈਸਟ ਨਹੀਂ ਛੱਡਣਗੇ। ਦੇਖੋ, ਇਹ ਕਹਿਣ ਦੀਆਂ ਗੱਲਾਂ ਨੇ। ਲੋਕ ਇਹਦਾ ਜਵਾਬ ਦੇ ਦਿੰਦੇ। ਅੱਜ ਅਸੀਂ ਕਿਤੇ ਗਏ ਸੀ ਤਾਂ ਅਸੀਂ ਵੀ ਕਹਿ ਰਹੇ ਸੀ ਸਾਡੀ ਲੜਾਈ ਨਾ ਵੱਡੇ ਹਾਥੀਆਂ ਨਾਲ, ਉਹ ਕਹਿੰਦੇ ਮੈਨੇ ਸਾਨੂੰ ਤੇ ਹਾਥੀ ਦਿਖਦੇ ਨਹੀਂ, ਸਾਨੂੰ ਤੇ ਝਾੜੂ ਹੀ ਦਿਖਦਾ। ਸੋ ਲੋਕ ਹੁਣ ਇਹ ਮਨ ਬਣਾ ਚੁੱਕੇ, ਲੋਕ ਤੰਗ ਆ ਗਏ ਇਹਨਾਂ ਤੋਂ। ਕੀ ਇਹਨਾਂ ਦੇ ਕੋਲ ਇਹ ਜਦੋਂ ਇਹਨਾਂ ਦੀਆਂ ਸਰਕਾਰਾਂ, ਕਿੰਨੇ ਸਾਲਾਂ ਤੋਂ ਇਹਨਾਂ ਨੇ ਅਦਲ ਬਦਲ ਕੇ ਸਾਡੇ ਤੇ ਰਾਜ ਕੀਤਾ, ਹੋਰ ਤਾਂ ਕੋਈ ਪਾਰਟੀ ਨਹੀਂ ਸੀ। ਇਹੀ 2 ਰਿਵਾਇਤੀ ਪਾਰਟੀਆਂ ਸੀ ਜਿਨ੍ਹਾਂ ਨੇ ਸਾਡੇ ਤੇ ਅਦਲ ਬਦਲ ਕੇ ਰਾਜ ਕੀਤਾ। ਕੀ ਸਵਾਰ ਲਿਆ ਉਹਨਾਂ ਨੇ ਪੰਜਾਬ ਦਾ? ਕੁਝ ਵੀ ਨਹੀਂ। ਸੋ ਇਸ ਕਰਕੇ ਲੋਕ ਹੁਣ ਬਹੁਤ ਸਿਆਣੇ ਹੋ ਗਏ ਨੇ ਔਰ ਉਹ ਇਹ ਜਾਣਦੇ ਨੇ ਕਿ ਸੁਚੇਤ ਰਹਿ ਕੇ ਇਸ ਵਾਰ ਵੋਟ ਪਾਉਣੀ ਹੈ ਔਰ ਇੱਕ ਮੌਕਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ ਹੀ ਦੇਣਾ ਹੈ। ਤੁਹਾਨੂੰ ਕੀ ਲੱਗਦਾ 10 ਮਾਰਚ ਦਾ ਖਾਸ ਕਰ ਈਸਟ ਤੇ ਪੂਰੇ ਪੰਜਾਬ ਦਾ ਨਤੀਜਾ? ਈਸਟ 'ਚ ਤੁਹਾਨੂੰ ਮਤਲਬ ਹੰਗਾਰਾ ਦੇਣਗੇ ਲੋਕ? ਭਾਰੀ ਬਹੁਮਤ ਦੇ ਨਾਲ ਸਰਕਾਰ ਵੀ ਬਣਾਵਾਂਗੇ ਤੇ ਸਿੱਧੂ ਦੀ ਲੀਡ ਸੀ 43000 ਦੀ ਲੀਡ ਦੀ ਗੱਲ ਕਰਦਾ। ਹਲਕਾ ਵੀ ਜਿੱਤ ਕੇ ਦਿਖਾਵਾਂਗੇ, ਉਹ ਵੀ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਦਿਖਾਵਾਂਗੇ। ਕਿੰਨੀ ਹਜ਼ਾਰ ਵੋਟ ਲੈ ਜਾਓਗੇ ਤੁਸੀਂ? ਇਹ ਸਮਾਂ ਦੱਸੇਗਾ, ਪਰ ਇਹ ਜ਼ਰੂਰ ਦੱਸ ਦਿੰਨੇ ਆ ਕਿ ਤੁਹਾਨੂੰ ਬਹੁਤ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਦਿਖਾਵਾਂਗੇ। ਆਮ ਆਦਮੀ ਪਾਰਟੀ ਪਿਛਲੀ ਵਾਰ 100 ਸੀਟਾਂ ਕਹਿ ਰਹੀ ਸੀ, ਓਵਰ ਕੌਨਫੀਡੈਂਟ ਹੋ ਗਏ ਸੀ, ਇਸ ਵਾਰ ਕਿੰਨੀਆਂ ਜਿੱਤੋਗੇ? ਕਿੰਨੀਆਂ ਕਹਿ ਰਹੇ ਹੋ ਤੁਸੀਂ? ਦੇਖੋ, ਇਸ ਵਾਰ ਤਾਂ ਸਰਵੇਜ਼ ਹੀ ਸਾਰੇ ਕਹਿ ਰਹੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ, ਠੀਕ ਹੈ। ਔਰ ਪਿਛਲੀ ਵਾਰ ਜੋ ਹੋਇਆ ਉਹ ਕੁਝ ਗਲਤੀਆਂ ਸੀ, ਉਹਨਾਂ ਤੋਂ ਅਸੀਂ ਬਹੁਤ ਕੁਝ ਸਿੱਖ ਲਿਆ। ਸੋ ਇਸ ਵਾਰ ਅਸੀਂ ਬਹੁਤ ਕੌਨਸ਼ੀਅਸ ਹਾਂ, ਬਹੁਤ ਕੇਅਰਫੁਲ ਹਾਂ। ਸੋ ਇਸ ਤਰ੍ਹਾਂ ਦਾ ਕੁਝ ਹੈ ਸੀ। ਤੁਸੀਂ ਹਨਾ ਐਨਾਲਾਈਜ਼ ਕਰਦਾ ਬੰਦਾ, ਤੁਸੀਂ ਜਿਹੜੀਆਂ ਗਲਤੀਆਂ ਪਿਛਲੀ ਵਾਰ ਕੀਤੀਆਂ ਸੀ ਉਹ ਸਾਰੀਆਂ ਸੁਧਰ ਗਈਆਂ? ਹਾਂਜੀ, ਬਿਲਕੁਲ ਸੁਧਰ ਗਈਆਂ ਤਕਰੀਬਨ। ਦੇਖੋ,
ਬੰਦੇ ਕੋਲੋਂ ਗਲਤੀਆਂ ਤੇ ਹੁੰਦੀਆਂ ਹੀ ਰਹਿੰਦੀਆਂ, ਜੇ ਕੰਮ ਕਰਾਂਗੇ ਤੇ ਗਲਤੀ ਹੋਏਗੀ, ਪਰ ਹਾਂ ਗਲਤੀ ਨੂੰ ਰਿਅਲਾਈਜ਼ ਕਰਕੇ, ਗਲਤੀ ਨੂੰ ਐਕਸੈਪਟ ਕਰਕੇ ਅਗਰ ਉਹਦੇ ਚ ਸੁਧਾਰ ਵੀ ਆ ਜਾਂਦਾ ਹੈ ਤਾਂ ਮੈਂ ਕਹਿੰਦੀ ਬਹੁਤ ਵਧੀਆ। ਫਿਰ ਜਿਹੜੇ ਦੂਜੀਆਂ ਪਾਰਟੀਆਂ 'ਚ ਉਮੀਦਵਾਰ ਆਏ ਇੱਕ ਦਿਨ ਪਹਿਲਾਂ ਤੇ ਦੂਜੇ ਦਿਨ ਟਿਕਟਾਂ ਦੇ ਦਿੱਤੀਆਂ ਕਹਿੰਦੇ। ਹਾਂਜੀ, ਇਹ ਸਾਨੂੰ ਸਵਾਲ ਅਕਸਰ ਹੋ ਰਿਹਾ। ਦੇਖੋ, ਅਸੀਂ ਇਹ ਨਹੀਂ ਕਹਿ ਰਹੇ ਕਿ ਦੂਸਰੀਆਂ ਪਾਰਟੀਆਂ ਦੇ ਵਿੱਚ 100% ਲੋਕ ਜਿਹੜੇ ਨੇ ਨਾ ਉਹ ਕਰਪਟ ਲੋਕ ਨੇ। ਕੁਝ ਲੋਕ ਤੇ ਹੈਗੇ ਨਾ ਜਿਹੜੇ ਉਹਨਾਂ ਦੇ ਅੰਦਰ ਵੀ ਦੁਖੀ ਨੇ। ਮੈਂ ਇਹਦੇ ਚ ਤੁਹਾਨੂੰ ਕਲੀਅਰਲੀ ਦੱਸ ਦਿੰਦੀ ਹਾਂ, ਸਿੱਧੂ ਸਾਹਿਬ ਦਾ ਆਪਣਾ ਕੈਡਰ ਸਿੱਧੂ ਸਾਹਿਬ ਤੋਂ ਬਹੁਤ ਦੁਖੀ ਹੈ। ਸੋ ਅਜਿਹੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਅਡੈਪਟ ਕਰਨ ਲਈ ਤਿਆਰ ਨੇ, ਜਿਹੜੇ ਪੰਜਾਬ ਨੂੰ ਇੱਕ ਬਿਹਤਰ ਪੰਜਾਬ ਬਣਾਉਣਾ ਚਾਹੁੰਦੇ ਨੇ, ਸੋ ਉਹਨਾਂ ਦਾ ਹਮੇਸ਼ਾ ਹੀ ਅਸੀਂ ਵੈਲਕਮ ਕੀਤਾ ਹੈ। ਸੋ ਅਗਰ ਉਹ ਜਿਹੇ ਲੋਕ ਸਾਡੇ ਵਿੱਚ ਆ ਰਹੇ ਨੇ, ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਨੂੰ ਅਡੈਪਟ ਕਰ ਰਹੇ, ਤੇ ਮੈਨੂੰ ਉਹਦੇ 'ਚ ਕੁਝ ਗਲਤ ਨਹੀਂ ਦਿਖਦਾ। ਤੇ ਜਿਹੜੇ ਤੁਹਾਡੇ ਵਰਕਰ ਨਾਰਾਜ਼ ਹੋ ਕੇ ਪਾਰਟੀ ਛੱਡ ਜਾਂਦੇ ਨੇ, ਉਹ ਕਹਿੰਦੇ ਨੇ ਪਤਾ ਨਹੀਂ ਇਹਨਾਂ ਕੋਲੇ ਕਿਹੜਾ ਥਰਮਾਮੀਟਰ ਲਾ ਕੇ ਚੈੱਕ ਕਰ ਲੈਂਦੇ ਨੇ, ਇੱਕ ਦਿਨ ਲਿਆਉਂਦੇ ਨੇ, ਪਹਿਲਾਂ ਬੇਈਮਾਨ ਹੁੰਦੇ ਨੇ ਉਹ, ਬਾਅਦ 'ਚ ਇਮਾਨਦਾਰੀ ਵਾਲਾ ਥਰਮਾਮੀਟਰ ਲਾ ਕੇ ਚੈੱਕ ਕਰ ਲੈਂਦੇ ਨੇ ਉਹਨਾਂ ਤੇ ਕਹਿੰਦੇ ਫਿਰ ਟਿਕਟ ਦੇ ਦਿੰਦੇ ਨੇ। ਦੇਖੋ, ਸਾਡੀ ਪਾਰਟੀ ਦਾ ਇੱਕ ਸਿਧਾਂਤ ਹੈ, ਮੈਂ ਇਸ ਵੇਲੇ ਅੰਮ੍ਰਿਤਸਰ ਦੀ ਜ਼ਿਲ੍ਹਾ ਪ੍ਰਧਾਨ ਵੀ ਹਾਂ, ਹਾਂਜੀ, ਔਰ ਸਾਡੀ ਪਾਰਟੀ ਦਾ ਹਮੇਸ਼ਾ ਤੋਂ ਇੱਕ ਸਿਧਾਂਤ ਰਿਹਾ। ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਮੈਨੂੰ ਪਾਰਟੀ ਬੜੀ ਵਾਰ ਜ਼ਿੰਮੇਵਾਰੀ ਦਿੰਦੀ ਸੀਗੀ। ਕੁਝ ਲੋਕ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਕੋਲ ਮੀਟਿੰਗ ਮੈਨੂੰ ਕਿਹਾ ਜਾਂਦਾ ਸੀ ਕਰਨੀ ਆ, ਔਰ ਉਹਦਾ ਇੱਕ ਹੀ ਪਰਪਸ ਹੁੰਦਾ ਸੀ ਕਿ ਮੈਡਮ ਦੇਖ ਲਓ ਟਿਕਟ ਤਾਂ ਨਹੀਂ ਮੰਗ ਰਹੇ, ਅਨਕੰਡੀਸ਼ਨਲ ਜੁਆਇਨਿੰਗ ਹੋਣੀ ਚਾਹੀਦੀ। ਸੋ ਸਾਡੀ ਪਾਰਟੀ ਦਾ ਇਹ ਸਿਧਾਂਤ ਹੈ। ਜਦੋਂ ਅਸੀਂ ਆਮ ਆਦਮੀ ਪਾਰਟੀ ਚ ਆਉਂਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਅਸੀਂ ਅਨਕੰਡੀਸ਼ਨਲੀ ਪਾਰਟੀ ਜੁਆਇਨ ਕਰ ਰਹੇ ਹਾਂ। ਅਰਵਿੰਦ ਜੀ ਸਮੇਂ-ਸਮੇਂ ਤੇ ਗੱਲ ਕਹਿੰਦੇ ਰਹਿੰਦੇ ਆ ਕਿ ਜਿਹੜਾ ਕੋਈ ਬੰਦਾ ਲਾਲਚ ਲਈ ਆਇਆ, ਕਿਸੇ ਅਹੁਦੇ ਦੇ ਲਾਲਚ ਲਈ ਆਇਆ, ਉਹ ਬੇਸ਼ੱਕ ਘਰ ਕੰਮ ਨਾ ਕਰੇ, ਘਰ ਬੈਠ ਜਾਏ। ਸੋ ਜਦੋਂ ਸਾਨੂੰ ਇਹ ਚੀਜ਼ ਪਤਾ ਹੈ, ਉਸ ਤੋਂ ਬਾਅਦ ਸਾਡੀ ਡਿਮਾਂਡ ਦਾ ਕੋਈ ਕੰਮ ਨਹੀਂ ਰਹਿ ਜਾਂਦਾ, ਤੇ ਉਹ ਡਿਮਾਂਡ ਨਾ ਪੂਰੀ ਹੋਣ ਤੇ ਗੁੱਸੇ ਗਿਲੇ ਦਾ ਤੇ ਮਤਲਬ ਹੀ ਨਹੀਂ ਰਹਿ ਜਾਂਦਾ ਨਾ। ਜਿਵੇਂ ਪਿਛਲੀ ਵਾਰ 2017 ਦੀਆਂ ਚੋਣਾਂ ਤੋਂ ਪਹਿਲਾਂ ਜਿਵੇਂ ਕਹਿੰਦੇ ਸੀ ਆਮ ਆਦਮੀ ਪਾਰਟੀ ਨੂੰ ਇਹ ਹੋ ਗਿਆ ਸੀ, ਕਹਿੰਦੇ ਮਿਨਿਸਟਰੀਆਂ ਵੀ ਵੰਡ ਲਈਆਂ ਸੀ, ਕਈ ਜਿਹੜੇ ਵਿਧਾਇਕ ਮਤਲਬ ਉਮੀਦਵਾਰ ਸੀਗੇ ਉਹਨਾਂ ਨੇ, ਤਾਂ ਇਸ ਵਾਰ ਤਾਂ ਨਹੀਂ ਹੈ ਕੋਈ ਫੈਸਲਾ ਹੋਇਆ ਵੀ ਪੁਰਾਣਾ ਮੰਤਰੀ ਕਿਹੜਾ ਬਣੂਗਾ? ਨਹੀਂ ਜੀ, ਇਦਾਂ ਦੀ ਨਾ ਪਹਿਲਾਂ ਕੋਈ ਗੱਲ ਸੀਗੀ ਤੇ ਨਾ ਇਸ ਵਾਰ ਕੋਈ ਗੱਲ ਹੈ। ਇਹ ਤਾਂ ਫਿਰ ਉਹੀ ਗੱਲ ਵੀ ਵਿਰੋਧੀਆਂ ਨੇ ਕੁਛ ਨਾ ਕੁਛ ਆਮ ਆਦਮੀ ਪਾਰਟੀ ਨੂੰ ਲੈ ਕੇ ਟਾਰਗੇਟ ਕਰਦੇ ਹੀ ਰਹਿਣਾ ਹੈ। ਮੇਰੇ ਖਿਆਲ 'ਚ ਤੇ ਜੋ ਹਾਲਾਤ ਇਸ ਵੇਲੇ ਅੰਦਰ ਕਾਂਗਰਸ ਦੇ ਬਣੇ ਨੇ, ਇੰਨੀ ਇਨ ਫਾਈਟਿੰਗ ਹੈ ਕਿ ਕਾਂਗਰਸ ਨੂੰ ਕਾਂਗਰਸ ਨੇ ਹਰਾਉਣਾ ਹੈ ਐਤਕੀ। ਤੇ ਜੇ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਤੇ ਅਕਾਲੀ ਦਲ ਅੱਜ ਕਿੱਥੇ ਖੜਾ ਹੈ? ਸੋ ਇਹਨਾਂ ਨੂੰ ਸਿਰਫ ਟਾਰਗੇਟ ਕਰਨ ਨੂੰ ਇੱਕ ਆਮ ਆਦਮੀ ਪਾਰਟੀ ਲੱਭਦੀ ਹੈ। ਸੋ ਠੀਕ ਹੈ, ਕਰੀ ਜਾਣਗੇ, ਵਿਰੋਧੀਆਂ ਦਾ ਕੰਮ ਹੈ। ਸ਼ੁਕਰੀਆ ਜੀ, ਧੰਨਵਾਦ ਸਮਾਂ ਦੇਣ ਦੇ ਲਈ। ਸੋ ਇਹ ਸਨ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਈਸਟ ਤੋਂ ਉਮੀਦਵਾਰ ਜੀਵਨਜੋਤ ਕੌਰ, ਜਿਨ੍ਹਾਂ ਨੇ ਕਿਹਾ ਬੇਸ਼ੱਕ ਚਰਚਾ ਸਿੱਧੂ ਤੇ ਮਜੀਠੀਆ ਦੇ ਨਾਮ ਦੀ ਹੋ ਰਹੀ ਆ, ਪਰ ਜਦੋਂ ਨਤੀਜਾ ਆਵੇਗਾ ਤਾਂ ਉਹ ਹੈਰਾਨ ਕਰਨ ਵਾਲਾ ਹੋਵੇਗਾ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।